ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆ ਨੇਜਾ ਤੇ ਪਾਇਨੀਅਰ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ। ਇਸ ਸ਼ੋਅ ਦੇ ਰਾਹੀਂ ਅੱਜ ਆਪਾਂ ਤੁਹਾਨੂੰ ਕਾਫੀ ਹੱਦ ਤੱਕ ਇਨਫੋਰਮੇਸ਼ਨ ਦੇਣ ਵਾਲੇ ਹਾਂ। ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜਾਂ ਇੰਟਰਨੈਸ਼ਨਲ ਸਟੱਡੀਜ਼ ਤੁਹਾਡਾ ਸੁਪਨਾ ਹੈਗਾ, ਲੇਕਿਨ ਫਿਰ ਵੀ ਕਾਫੀ ਸਾਰੇ ਰਿਫਿਊਜ਼ਲਸ, ਗੈਪ, ਇਹ ਤਮਾਮ ਤਰ੍ਹਾਂ ਦੀ ਚੀਜ਼ਾਂ ਤੁਹਾਡੇ ਹਰਡਲ ਬਣ ਚੁੱਕੀਆਂ ਨੇ ਜਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਕਿਹੜਾ ਕੋਰਸ ਜਾਂ ਕਿਹੜਾ ਕਾਲਜ ਆਪਟ ਕਰਨਾ ਚਾਹੀਦਾ ਹੈ। ਇਸ ਸ਼ੋਅ ਨੂੰ ਐਂਡ ਤੱਕ ਦੇਖਿਓ, ਮਿਸ ਆਊਟ ਨਾ ਕਰਿਓ। ਮੈਂ ਆਲਵੇਜ਼ ਇਸ ਲਈ ਕਹਿੰਦੀ ਹਾਂ, ਇੱਦਾਂ ਦੇ ਸ਼ੋਅਜ਼ ਜਿਹੜੇ ਹੁੰਦੇ ਆ ਬਹੁਤ ਘੱਟ ਆਉਂਦੇ ਨੇ ਤੇ ਇਨਫੋਰਮੇਟਰੀ ਸ਼ੋਜ਼ ਜਿਨ੍ਹਾਂ ਦੇ ਰਾਹੀਂ ਤੁਹਾਨੂੰ ਕਾਫੀ ਸਾਰੀ ਇਨਫੋਰਮੇਸ਼ਨ ਸਮਝਣ ਦਾ ਮੌਕਾ ਮਿਲਦਾ, ਉਹ ਸ਼ੋਜ਼ ਮਿਸ ਆਊਟ ਨਾ ਕਰਿਆ ਕਰੋ। ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਸਾਡੇ ਨਾਲ ਕਈ ਸਾਲਾਂ ਦਾ ਐਕਸਪੀਰੀਅੰਸ ਹੋਲਡ ਕਰ ਚੁੱਕੇ, ਕਈ ਬੱਚਿਆਂ ਦਾ ਭਵਿੱਖ ਬਣਾ ਚੁੱਕੇ, ਹਜ਼ਾਰਾਂ ਬੱਚਿਆਂ ਨੂੰ ਡੀਲ ਕਰਦੇ ਇਹਨਾਂ ਨੇ ਉਹਨਾਂ ਦਾ ਕਰੀਅਰ ਬਣਾਇਆ ਹੈਗਾ। ਮੈਂ ਦੱਸਾਂ, ਕਈ ਇੱਦਾਂ ਦੇ ਸਟੂਡੈਂਟਸ ਵੀ ਹੈਗੇ ਨੇ ਜਿਹੜੇ ਆਪ ਜਾ ਚੁੱਕੇ ਨੇ, ਮੁੜ ਕੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਗਾਈਡ ਕਰਦੇ ਨੇ ਕਿ ਤੁਸੀਂ ਵੀ ਇਹਨਾਂ ਵੱਲੋਂ ਜਾਓ। ਮਤਲਬ ਇੱਕ ਭਰੋਸਾ ਇਹਨਾਂ ਦੇ ਬ੍ਰਾਂਡ ਨੇ ਬਣਾ ਲਿਆ ਹੈਗਾ ਹੈ। ਸੋ ਆਓ ਫਿਰ ਆਪਾਂ ਅੱਜ ਇੰਡੀਆ ਆਏ ਨੇ, ਸਪੈਸ਼ਲੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਆਏ ਨੇ, ਤੁਹਾਡੇ ਨਾਲ ਆਪਣਾਪਨ ਫੀਲ ਹੁੰਦਾ ਹੈ ਤਾਂ ਤੁਹਾਨੂੰ ਗਾਈਡ ਕਰਨ ਆਏ ਨੇ। ਅਦਰਵਾਈਜ਼ ਉੱਥੇ ਵਧੀਆ ਲਾਈਫ ਚੱਲਦੀ ਹੈਗੀ ਆ, ਬਟ ਇੱਥੇ ਆਏ ਨੇ ਸਰ, ਆਪਾਂ ਪੂਰਾ ਫਾਇਦਾ ਚੱਕਾਂਗੇ, ਤੁਹਾਡੇ ਤੱਕ ਹਰ ਇੱਕ ਜਾਣਕਾਰੀ ਪਹੁੰਚਾਵਾਂਗੇ। ਡਾਕਟਰ ਰਵੀ ਗਰਗ ਜੀ ਸਾਡੇ ਨਾਲ ਨੇ ਇਸ ਵੇਲੇ, ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰ। ਦਿਵਿਆ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਜਿਹੜਾ ਕੁਐਸਚਨ ਆਮ ਜਿਹੜਾ ਕਲਾਇੰਟਸ ਨੂੰ ਡਰ ਹੁੰਦਾ ਕਿ ਕਿੰਨੇ ਚਿਰ ਵਾਸਤੇ ਆਏ ਨੇ, ਉਹ ਤਕਰੀਬਨ ਕਾਫੀ ਟਾਈਮ, ਕਈ ਮਹੀਨੇ, 4-6 ਮਹੀਨੇ, 8 ਮਹੀਨੇ ਤਕਰੀਬਨ ਇੱਥੇ ਹੀ ਹੈਗਾ ਮੈਂ। ਹੁਣ ਕੋਈ ਸੋਚਣ ਦੀ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਔਰ ਸਾਰਿਆਂ ਨੂੰ ਪਰਸਨਲੀ ਮਿਲੂੰਗਾ। ਵੇਟ ਕਰਨੀ ਪੈਂਦੀ ਹੈਗੀ, ਸਾਰਿਆਂ ਨੂੰ ਪਤਾ ਹੈ ਕਈ ਵਾਰੀ 2 ਹਫ਼ਤੇ 4 ਹਫ਼ਤੇ ਇਸ ਤਰ੍ਹਾਂ ਕਈ ਦਿਨ ਤੱਕ ਵੇਟ ਕਰਨੀ ਪੈ ਸਕਦੀ ਹੈਗੀ ਹੈ, ਲੇਕਿਨ ਮਿਲੂੰਗਾ। ਔਰ ਹਰ ਇੱਕ ਦਾ ਵੈਸੇ ਵੀ ਨਾਮ ਹੀ ਮਿਲਣਾ ਅਤੇ ICCRC ਮੈਂਬਰ ਸਿੱਧੀ ਜਿਹੜੀ ਸਾਨੂੰ ਲੇਟੈਸਟ ਅਪਡੇਟਸ ਜਿਹੜੇ ਦੇ ਨਾਲ ਜਾਣੂ ਰੱਖਿਆ ਜਾਂਦਾ ICCRC ਵੱਲੋਂ, ਕੈਨੇਡਾ ਅੰਬੈਸੀ ਵੱਲੋਂ ਔਰ ਕਾਲਜਿਸ ਦੇ ਅਸੀਂ ਡਾਇਰੈਕਟ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ, ਉਹਨਾਂ ਤੋਂ ਸਾਰੀ ਇਨਫੋਰਮੇਸ਼ਨ, ਲੇਟੈਸਟ ਇਨਫੋਰਮੇਸ਼ਨ ਸਾਨੂੰ ਮਿਲਦੀ ਹੈਗੀ ਹੈ। ਔਰ ਸਾਰੇ ਜਿਹੜੇ ਕਾਉਂਸਲਰਸ, ਮੈਨੇਜਰਸ ਨੂੰ ਅਸੀਂ ਅਪਡੇਟਡ ਰੱਖਦੇ ਹੈਗੇ ਹਾਂ ਔਰ ਮੇਰੀ ਪਰਸਨਲ, ਪ੍ਰੋਫੈਸ਼ਨਲ, ਐਥੀਕਲ, ਜੈਨੂਅਨ ਕੇਅਰ ਦੇ ਨਾਲ ਜਿਹੜਾ ਇੱਕ ਇੱਕ ਕੇਸ ਦੇ ਉੱਪਰ ਧਿਆਨ, ਖਿਆਲ ਔਰ ਅਗਰ ਜਿੱਥੇ ਕਿਤੇ ਅੜਚਨਾਂ, ਪਰੇਸ਼ਾਨੀਆਂ ਹੋਣ, ਉਸ ਨੂੰ ਇੱਕ ਫਟਾਫਟ ਮੈਨੂੰ ਮੇਰੀ ਇਨਫੋਰਮੇਸ਼ਨ ਪਹੁੰਚਦੀ, ਇਮੀਡੀਏਟ ਉਸ ਦੀ ਰੈਮੇਡੀ ਔਰ ਜਿਹੜਾ ਸੋਲਿਊਸ਼ਨ ਅਸੀਂ ਕੱਢਦੇ ਹੈਗੇ ਹਾਂ। ਮਿਲ ਦੇ ਵਾਸਤੇ ਡੇਟਾਂ ਵੀ ਫਿਕਸ ਹੋ ਗਈਆਂ ਹੈਗੀਆਂ। 20 ਨੂੰ ਲੁਧਿਆਣਾ, 24 ਨੂੰ ਜਲੰਧਰ, ਉਸ ਤੋਂ ਅਗਲੇ ਹਫ਼ਤੇ ਬਰਨਾਲਾ ਔਰ ਬਠਿੰਡਾ ਵੀ ਆ ਕੇ ਮੈਂ ਮਿਲਾਂਗਾ। ਵੈਲਕਮ। ਅੱਛਾ ਡਾਕਟਰ ਰਵੀ, ਇੱਕ ਗੱਲ ਦੱਸੋ, ਤੁਸੀਂ ਕੈਨੇਡੀਅਨ ਰੈਜ਼ੀਡੈਂਟ ਹੈਗੇ ਹੋ, ਤੁਹਾਡੀ ਫੈਮਿਲੀ ਵੈਲ ਸੈਟਲਡ ਹੈਗੀ ਹੈ, ਉੱਥੇ ਵਧੀਆ ਕੰਮ ਚੱਲਦਾ, ਬਟ ਫਿਰ ਵੀ ਇੱਦਾਂ ਦੀ ਕੀ ਚੀਜ਼ ਹੈ ਜਿਹੜੀ ਤੁਹਾਨੂੰ ਇੰਡੀਆ ਖਿੱਚ ਲਿਆਂਦੀ ਹੈ ਤੇ ਤੁਸੀਂ ਆਲਵੇਜ਼ ਸਟੂਡੈਂਟਸ ਦੀ ਹੈਲਪ ਕਰਨ ਇੱਥੇ ਆ ਜਾਂਦੇ ਹੋ? ਦੇਖੋ, ਉੱਥੇ ਜਿਹੜਾ ਹੈਗਾ ਬੱਚੇ ਆਲਰੇਡੀ ਸੈਟਲਡ ਨੇ, ਲੇਕਿਨ ਉੱਥੇ ਬੜੇ ਸਾਰੇ ਪ੍ਰੋਗਰਾਮਸ ਹੁੰਦੇ ਨੇ। ਕੋਈ 1 ਸਾਲ ਦੇ ਪ੍ਰੋਗਰਾਮ ਲੈ ਕੇ ਗਏ ਨੇ ਅਤੇ ਸਾਡੇ 2 ਆਫਿਸਿਸ ਨੇ, ਇੱਕ ਬਰੈਂਪਟਨ ਹੈਗਾ, ਇੱਕ ਸੈਸਕਾਟੂਨ। ਪਰਸਨਲੀ ਜਿਹੜਾ ਮੈਂ ਜ਼ਿਆਦਾ ਸੈਸਕਾਟੂਨ ਦੇ ਵਿੱਚ ਰਹਿੰਦਾ ਅਤੇ ਬੜੇ ਸਾਰੇ ਮੇਰੇ ਮਿੱਤਰ, ਦੋਸਤ, ਸਾਰਿਆਂ ਨੂੰ ਪਤਾ ਹੈ ਕਿ ਵਾਹਿਗੁਰੂ ਦੀ ਮਿਹਰ ਨਾਲ ਮੇਰੇ ਜੋ 2 ਬੱਚੇ ਨੇ ਉਹ ਜਿਹੜੇ MD ਦੇ ਵਿੱਚ, ਡਾਕਟਰੀ ਦੇ ਵਿੱਚ ਐਡਮਿਸ਼ਨ ਹੋਈ, ਉਹਨਾਂ ਦੀ ਬੜੇ ਲੱਕ, ਬੜੇ ਰੇਅਰ, ਬੜੀ ਵਾਹਿਗੁਰੂ ਦੀ ਮਿਹਰ ਨਾਲ ਹੁੰਦੀ ਹੈਗੀ ਆ, ਉਹ ਹੋਈ। ਜਿਹੜਾ ਮੈਂ ਲੋਕਾਂ ਦੀ ਇੰਨੇ ਸਾਲ ਸੇਵਾ, ਮਾਣ, ਇੱਜ਼ਤ, ਜਿਹੜਾ 100% ਓਨੈਸਟੀ, ਟਰਾਂਸਪੇਰੈਂਸੀ ਨਾਲ ਜਿਹੜੀ ਸੇਵਾ ਕੀਤੀ, ਉਸ ਦੇ ਨਤੀਜੇ ਅਤੇ ਵਾਹਿਗੁਰੂ ਦੀ ਮਿਹਰ ਅਤੇ ਸਾਰਾ ਕੁਛ ਵਧੀਆ। ਲੇਕਿਨ ਇੱਥੇ ਦਾ ਜਿਹੜਾ ਸੋਸ਼ਲ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਦਾ ਜਿਹੜਾ ਸੋਸ਼ਲ ਸਿਸਟਮ ਹੈਗਾ ਉਹ ਬੜਾ ਲਿਮਿਟਿਡ ਹੈਗਾ। ਆਪਣੇ ਤੱਕ ਹਰ ਬੰਦਾ ਆਪਣੇ ਤੱਕ ਹੀ ਹੁੰਦਾ ਹੈਗਾ ਔਰ ਆਪਣੀ ਆਪਣੀ ਜ਼ਿੰਦਗੀ 'ਚ ਮਸਰੂਫ ਹੁੰਦਾ ਹੈਗਾ ਔਰ ਸੋਸ਼ਲ ਲਾਈਫ ਘੱਟ ਹੈਗੀ ਹੈ। ਇੱਥੇ ਦਾ ਸੋਸ਼ਲ ਲਾਈਫ ਬਹੁਤ ਜ਼ਿਆਦਾ ਔਰ ਇੱਥੋਂ ਕਿਉਂਕਿ ਜਾਣਾ ਹੈਗਾ ਅਤੇ ਜਿੱਥੇ ਕਿਤੇ ਪਤਾ ਲੱਗ ਜਾਏ ਮਾੜਾ ਜਿਹਾ, ਜਿੱਦਾਂ ਮੈਂ ਡੇਟਾਂ ਦੱਸੀਆਂ ਨੇ, ਜਿੱਥੇ ਪਤਾ ਲੱਗ ਜਾਏ ਰਵੀ ਸਰ ਮਿਲਣਗੇ, ਉੱਥੇ ਤਾਂ 100-150 ਬੰਦੇ, 200 ਬੰਦੇ, ਇਸ ਤਰੀਕੇ ਨਾਲ ਭੀੜ ਭੜੱਕਾ ਔਰ ਬਹੁਤ ਜਿਹਨੂੰ ਕਹਿੰਦੇ ਕਿ ਬੁਰਾ ਹਾਲ। ਔਰ ਉਸ ਦੇ ਵਾਸਤੇ ਬੜਾ ਬੜਾ ਤੁਹਾਨੂੰ ਧੰਨਵਾਦ ਵੀ ਔਰ ਮਿਲਦੇ ਨੇ ਔਰ ਫਾਇਦਾ ਲੈਂਦੇ ਨੇ ਔਰ ਉਸੇ ਤਰੀਕੇ ਨਾਲ ਆਪਣੀ ਐਕਸਪਰਟੀਜ਼ 2003 ਤੋਂ ਤੁਹਾਡੀਆਂ ਸੇਵਾਵਾਂ ਦੇ ਨਾਲ, ਇੰਨੇ ਲੰਬੇ ਟਾਈਮ ਦੇ ਤਜਰਬੇ ਦੇ ਨਾਲ ਜਿਹੜਾ ਕੁਛ ਮੈਂ ਹਾਸਲ ਕੀਤਾ ਐਕਸਪੀਰੀਅੰਸ, ਉਸ ਦੇ ਸਦਕੇ ਤੁਹਾਨੂੰ ਜਿਹੜਾ ਗਾਈਡੈਂਸ ਔਰ ਲੋਕੀ ਕਿਸਮ ਦਾ ਕਹਿੰਦੇ ਨੇ ਸਰ 5 ਮਿੰਟ ਦੇ ਦਿਓ ਆਪਣੇ ਵੀ ਮਿਲ ਲਓ ਤੇ ਸਾਡਾ ਕੰਮ ਬਣ ਜਾਏਗਾ। ਔਰ ਇਹ ਭੱਜ ਦੌੜ ਔਰ ਫਿਰ ਸਾਰੇ ਆਫਿਸਿਸ ਦੇ ਵਿੱਚ ਜ਼ਿਆਦਾ ਕੇਅਰ, ਕਿਉਂਕਿ ਓਵਰਲੈਪਿੰਗ ਟਾਈਮ ਹੁੰਦਾ, 2 ਘੰਟੇ ਸਵੇਰੇ, 2 ਘੰਟੇ ਸ਼ਾਮ ਨੂੰ ਉੱਥੇ ਤਾਂ ਮਿਲਦੇ ਨੇ ਔਰ ਬਾਕੀ ਦਿਨ ਬੈਕਐਂਡ 'ਤੇ ਜਿਹੜਾ ਹੈ ਕੰਪਿਊਟਰ 'ਤੇ ਕੰਮ ਸਾਰਾ ਦਿਨ ਕਰੀਦਾ, ਉੱਥੇ ਖਿਆਲ ਰੱਖੀਦਾ। ਲੇਕਿਨ ਇੱਥੇ ਤਾਂ ਫਿਰ ਪਰਸਨਲੀ ਮਿਲ ਕੇ ਔਰ ਸਾਰੇ ਸਟਾਫ ਨੂੰ ਸਾਰੀ ਟ੍ਰੇਨਿੰਗਸ ਔਰ ਸਾਰਾ ਕੁਝ ਜਿਹੜਾ ਹੈਗਾ ਉਹ ਹੈਗਾ। ਲੇਕਿਨ ਸੋਸ਼ਲ ਸਰਕਲ, ਸੋਸ਼ਲ ਜਿਹੜਾ ਮੇਲ ਮਿਲਾਪ ਔਰ ਇੰਨੇ ਲੋਕਾਂ ਦਾ ਪਿਆਰ ਲੈਣਾ, ਉਹ ਵੀ ਆਪਣੇ ਆਪ ਦੇ ਵਿੱਚ ਵਾਹਿਗੁਰੂ ਦੀ
ਬਹੁਤ ਵੱਡੀ ਮਿਹਰ ਹੈਗੀ ਹੈ ਜਿਸ ਦੇ ਵਾਸਤੇ ਮੈਂ ਹਾਜ਼ਰ ਔਰ ਲੰਬੇ ਟਾਈਮ ਤੱਕ ਤੁਹਾਡੇ ਵਾਸਤੇ ਇੱਥੇ ਹੋਊਂਗਾ। ਜੀ ਜੀ, ਕਹਿੰਦੇ ਨੇ ਕਿ ਜੇ ਕਿਸੇ ਨੂੰ ਤੁਸੀਂ ਕੀਮਤੀ ਤੋਹਫਾ ਦੇਣਾ ਤਾਂ ਤੁਸੀਂ ਉਹਨੂੰ ਆਪਣਾ ਟਾਈਮ ਦਿਓ, ਉਹ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਆ। ਔਰ ਇੱਕ ਤੁਹਾਡੀ ਮਨਸ਼ਾ ਜਿਹੜੀ ਹੈਗੀ ਆ ਉਹ ਬਹੁਤ ਹੀ ਸਾਫ਼ ਕਲੀਅਰ ਹੈਗੀ ਹੈ ਕਿ ਤੁਸੀਂ ਸਟੂਡੈਂਟਸ ਨੂੰ ਗਾਈਡ ਕਰਨਾ ਚਾਹੁੰਦੇ ਹੋ, ਕਿਉਂਕਿ ਮਾਰਕੀਟ ਦੇ ਵਿੱਚ ਇੱਦਾਂ ਦੇ ਬਹੁਤ ਸਾਰੇ ਏਜੰਟਸ ਹੈਗੇ ਨੇ ਜਿਹੜੇ ਕਿ ਸਟੂਡੈਂਟਸ ਨੂੰ ਗਲਤ ਪਾਸੇ ਪਾ ਰਹੇ ਨੇ ਜਾਂ ਉਹਨਾਂ ਦੇ ਪੈਸੇ ਵੇਸਟ ਕਰਵਾ ਰਹੇ ਨੇ, ਦੇਖ ਕੇ ਲਾਲਚ ਹੈਗਾ ਉਹਨਾਂ ਦੇ ਅੰਦਰ। ਬਿਲਕੁਲ, ਦੇਖੋ ਦਿਵਿਆ ਜੀ, ਇੱਕ ਜਿਹੜੀ ਮੈਂ ਪਿਆਰ ਵਾਲੀ ਗੱਲ ਕਹਿਣਾ ਚਾਹੂੰਗਾ ਕਿ ਮੈਂ ਇਹ ਪਰਸਨਲੀ ਸੋਚਦਾ ਹੈਗਾ ਜਿਹੜੀ ਕਿ ਬੜੇ ਘੱਟ ਲੋਕਾਂ ਨੂੰ ਇਹ ਰੱਬ ਨੇ ਮੱਤ ਦਿੱਤੀ ਹੈਗੀ ਹੈ ਕਿ ਫਰਕ ਇੰਨਾ ਹੀ ਪੈਂਦਾ ਹੈਗਾ ਕਿ ਤੁਸੀਂ ਜੇ ਸਾਫ਼ ਸੁਥਰਾ ਕੰਮ ਕਰਦੇ ਹੈਗੇ ਹੋ ਤੇ 3 ਕਰੋੜ ਛੱਡ ਕੇ ਮਰੋਗੇ, ਔਰ ਜੇ ਤੁਸੀਂ ਠੱਗੀਆਂ ਮਾਰੋਗੇ, ਬਹੁਤ ਪੈਸਾ ਇਕੱਠਾ ਕਰ ਲਓਗੇ, ਬਹੁਤ ਤੂਫਾਨ ਮਚਾ ਲਓਗੇ, ਆਫਤਾਂ ਕਰ ਲਓਗੇ, ਗਲਤ ਪੁੱਠੇ ਸਿੱਧੇ ਕੰਮ ਕਰਕੇ ਕਰ ਲਓਗੇ ਤੇ 3 ਨਹੀਂ ਤੁਸੀਂ 30 ਕਰੋੜ ਛੱਡ ਕੇ ਮਰ ਜਾਓਗੇ। ਤੇ ਉਹਦੇ ਨਾਲ ਕੀ ਫਰਕ ਪੈਣਾ? ਔਰ ਅਗਲੇ ਵਾਲੀਆਂ ਜਨਰੇਸ਼ਨਾਂ ਦੇ ਵਾਸਤੇ ਤੁਸੀਂ ਪਾਪ ਕਮਾਉਣਾ, ਝੂਠ ਮਾਰਨਾ, ਗਲਤ ਕੰਮ ਕਰਨੇ ਔਰ ਲੋਕਾਂ ਦੇ ਦਿਲ ਦੁਖੀ ਕਰਨੇ। ਔਰ ਦਿਵਿਆ ਜੀ ਤੁਸੀਂ ਸੋਚ ਕੇ ਦੇਖੋ, ਜਿਹੜਾ ਬੰਦਾ ਇਹ ਜਿਹੜਾ ਵਿਚਾਰਾ ਗਰੀਬ ਆਦਮੀ ਹੈ, ਇੱਕ ਸੁਪਨਾ ਲੈ ਕੇ ਸੋਚਦਾ ਹੈ ਕਿ ਇਹ 12 ਲੱਖ 14 ਲੱਖ ਦੇ ਖਰਚੇ ਕਰਕੇ ਮੈਂ ਸਟੱਡੀ ਵੀਜ਼ਾ ਤੇ ਬੱਚੇ ਨੂੰ ਭੇਜਦਾ ਤੇ ਅੱਗੇ ਜਾ ਕੇ ਬੱਚਾ ਸੈੱਟ ਹੋ ਜੇ, ਪੈਸੇ ਘਰੇ ਵੀ ਭੇਜ ਦੇਵੇ ਤੇ ਸਾਰੀ ਫੈਮਿਲੀ ਜਿਹੜੀ ਰੋਟੀ ਪਾਣੀ ਵਧੀਆ ਖਾਣ ਲੱਗ ਜਾਏ, ਜਿਹੜੇ ਸੁਪਨੇ ਪੂਰੇ ਹੋ ਜਾਣ, ਉਹਨਾਂ ਦਾ ਜਿਹੜਾ ਪੈਸਾ ਜਿਹੜਾ ਹੈ ਕੋਈ 5-7 ਲੱਖ ਰੁਪਈਆ ਠੱਗੀ ਮਾਰ ਜੇ ਔਰ ਉਹਨਾਂ ਦੇ ਸੁਪਨੇ ਧਰੇ ਰਹਿ ਜਾਣ ਔਰ ਜਾਵੇ ਵੀ ਨਾ, ਇੱਥੇ ਹੀ ਬੈਠਾ ਰਹਿ ਜਾਵੇ ਔਰ ਉਹਦਾ ਕੰਮ ਵੀ ਨਾ ਹੋਵੇ, ਪੈਸਾ ਵੀ ਲੁੱਟਿਆ ਜਾਵੇ ਔਰ ਜਿਹੜਾ ਕੋਈ ਜਿਹਨੂੰ ਕਹਿੰਦੇ ਟੂਮਾਂ ਵੇਚੀਆਂ, ਜਿਹਨੂੰ ਆਪਣੇ ਸੋਨਾ ਵੇਚਿਆ, ਘਰ ਵੇਚਿਆ ਔਰ ਕਿਸੇ ਕੋਲੋਂ ਵਿਆਜ 'ਤੇ ਪੈਸੇ ਲਏ ਔਰ ਉਹ ਸਾਰਾ ਜਿਹੜਾ ਹੈ ਉਹ ਨੁਕਸਾਨ ਇੰਨਾ ਹੋ ਜੇ, ਦੁਬਾਰਾ ਬੱਚਾ ਦੁਬਾਰਾ ਪੈਸੇ ਅਰੇਂਜ ਕਰਨ ਜੋਗਾ ਵੀ ਨਾ ਹੋਵੇ ਔਰ ਉਸਦੇ ਸੁਪਨੇ ਚਕਨਾਚੂਰ ਹੋ ਜਾਣ ਔਰ ਉਸਦੇ ਅੱਖਾਂ 'ਚੋਂ ਹੰਝੂ ਡਿੱਗਣ ਔਰ ਸਾਰਾ ਪਰਿਵਾਰ ਜਿਹੜਾ ਹੈ ਉਹ ਰੋਵੇ, ਤੇ ਉਸ ਤੋਂ ਵੱਡੀ ਬਦਦੁਆ ਜਾਂ ਉਸ ਤੋਂ ਵੱਡਾ ਜਿਹੜਾ ਪਾਪ ਕਿਹੜਾ ਹੋਵੇਗਾ? ਬਿਲਕੁਲ ਬਿਲਕੁਲ, ਹਕੀਕਤ ਹੈ ਜੀ। ਤੁਸੀਂ ਜੇ ਇਹਨਾਂ ਨਾਲ ਪਰਸਨਲੀ ਮਿਲ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਕਰੀਅਰ ਨੂੰ ਲੈ ਕੇ ਕਾਉਂਸਲਿੰਗ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਨੰਬਰ ਤੁਹਾਡੇ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਗੱਲਾਂ ਦੇ ਵਿੱਚ ਉਹਨਾਂ ਨੂੰ ਨੋਟ ਕਰਨਾ ਨਾ ਭੁੱਲ ਜਿਓ। ਸਰ, ਤੁਸੀਂ ਬੜੇ ਟਰਾਂਸਪੇਰੈਂਸੀ ਦੇ ਨਾਲ ਗੱਲ ਕਰ ਰਹੇ ਹੈਗੇ ਹੋ, ਸੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਹਾਂ, ਕਰੰਟਲੀ ਵੀਜ਼ਾ ਸਕਸੈਸ ਰੇਟ ਕੀ ਚੱਲ ਰਿਹਾ ਜੇ ਮੈਂ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰਾਂ? ਦੇਖੋ ਦਿਵਿਆ ਜੀ, ਉਹੀ ਮੈਂ ਕਿ ਪਰਸਨਲ ਕੇਅਰ ਦੇ ਚਲਦਿਆਂ ਮੇਰਾ ਸਕਸੈਸ ਰੇਟ ਤਾਂ ਸਾਡਾ ਜਿਹੜਾ ਬਹੁਤ ਹੀ ਜ਼ਿਆਦਾ ਹੈਗਾ, ਲੇਕਿਨ ਵੈਸੇ ਵੀ ਜਿਹੜਾ ਹੈ ਇਸ ਵਕਤ ਜਿਹੜਾ ਹੈ ਕੈਨੇਡਾ ਅੰਬੈਸੀ ਨੂੰ ਜਿਹੜੀ ਹੈ ਜ਼ਰੂਰਤ, ਜਿਹੜੀ ਬੱਚੇ ਲੈ ਕੇ ਜਾਣੇ ਹੈਗੇ ਨੇ ਕਰੋਨਾ ਦੇ ਟਾਈਮ ਦੇ ਵਿੱਚ, ਉਹਨਾਂ ਦਾ ਟਾਰਗੇਟ ਜਿਹੜਾ ਹੈਗਾ ਉਹ ਘਟ ਗਿਆ ਦਾ ਮਤਲਬ ਵੱਧ ਗਿਆ। ਟਾਰਗੇਟ ਸੀਗਾ ਜਿਹੜਾ ਮਤਲਬ ਉਹ ਪੂਰਾ ਨਹੀਂ ਹੋ ਸਕਿਆ ਔਰ ਘੱਟ ਲੋਕ ਜਾ ਪਾਏ। ਉਸ ਟਾਰਗੇਟ ਨੂੰ ਵੀ ਪੂਰਾ ਕਰਨਾ ਹੈ, ਮਤਲਬ ਜ਼ਿਆਦਾ ਲੋਕ ਉੱਥੇ ਲੈ ਕੇ ਜਾਣੇ ਨੇ, PR ਕਰਨੀ ਹੈਗੀ ਆ। ਰੀਸੈਂਟਲੀ ਜਿਹੜਾ ਹੈ ਥੋੜ੍ਹਾ ਟਾਈਮ ਪਹਿਲਾਂ, ਕੁਝ ਹਫ਼ਤਿਆਂ ਪਹਿਲਾਂ 75 ਪੁਆਇੰਟ ਵਾਲੇ ਨੂੰ ਵੀ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਇਹਨਾਂ ਨੇ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਹਰ ਇੱਕ ਨੂੰ, ਆਲਮੋਸਟ ਸਾਰੇ ਜਿਨ੍ਹਾਂ ਨੇ ਵੀ ਪ੍ਰੋਫਾਈਲ ਬਣਾਇਆ ਸੀਗਾ, ਬਹੁਤ ਹੀ ਲੋ ਪ੍ਰੋਫਾਈਲ ਵਾਲੇ, ਜਿਹੜਾ ਸਿਰਫ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ OAB ਕੈਟਾਗਰੀ ਵਾਲੇ ਜਿੰਨੇ ਸੀਗੇ, ਸਾਰਿਆਂ ਨੂੰ PR ਦੇ ਦਿੱਤੀ। ਦੇ ਵਿੱਚ ਇਹਨਾਂ ਦੀ ਇੰਟੈਂਸ਼ਨ ਜਿਹੜੀ ਨੀਅਤ ਪਤਾ ਲੱਗਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਜਾਣਾ ਹੈਗਾ, ਵੀਜ਼ਾ ਦੇਣਾ ਹੈਗਾ ਔਰ ਉੱਥੇ ਫਿਰ ਉਹਨਾਂ ਨੇ PR ਜਿਹੜੀ ਆ ਪਰਮਾਨੈਂਟ ਰੈਜ਼ੀਡੈਂਸ ਵੀ ਦੇਣੀ ਹੈਗੀ। ਜੀ ਸਰ, ਮੈਂ ਨਾ ਇੱਕ ਬੜੀ ਇੰਪੋਰਟੈਂਟ ਚੀਜ਼ ਹੈਗੀ ਰਿਫਿਊਜ਼ਲ, ਉਹਦੇ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਹੈਗੇ ਨੇ ਜਿਹੜੇ ਕਿ 1 ਵਾਰ ਰਿਫਿਊਜ਼ਲ ਫੇਸ ਕਰ ਚੁੱਕੇ ਨੇ, 2 ਵਾਰ ਕਰ ਚੁੱਕੇ ਨੇ ਜਾਂ ਫਿਰ ਇਸ ਤੋਂ ਜ਼ਿਆਦਾ ਵਾਰ ਕਰ ਚੁੱਕੇ ਨੇ, ਤੇ ਉਹਨਾਂ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੁੰਦੇ ਹੋ ਕਿ ਉਹਨਾਂ ਨੂੰ ਡਰਨ ਦੀ ਲੋੜ ਹੈ, ਰਿਸਕ ਹੈਗਾ ਕੋਈ, ਉਹ ਅਪਲਾਈ ਕਰਨ ਦੁਬਾਰਾ ਜਾਂ ਨਾ ਕਰਨ? ਦੇਖੋ ਦਿਵਿਆ ਜੀ, ਗੱਲ ਇੰਨੀ ਕੀ ਹੁੰਦੀ ਹੈ ਕਿ ਅਸੀਂ ਜਲੰਧਰ ਵੱਲ ਜਾਣਾ ਹੈ ਤੇ ਗੱਡੀ ਇੱਧਰ ਤੋਰਨੀ ਹੈ, ਤੇ ਇੱਧਰ ਦੇ ਬਜਾਏ ਆਪਾਂ ਸ਼ਿਮਲਾ ਵੱਲ ਗੱਡੀ ਤੋਰ ਲਈਏ ਤੇ ਫਿਰ ਜਲੰਧਰ ਨਹੀਂ ਪਹੁੰਚਾਂਗੇ, ਕਿਤੇ ਹੋਰ ਹੀ ਪਹੁੰਚਾਂਗੇ। ਸੋ ਡਾਇਰੈਕਸ਼ਨ ਦੀ ਗੱਲ ਹੁੰਦੀ ਹੈ ਕਿ ਬੱਚਿਆਂ ਨੇ ਪ੍ਰੀਵੀਅਸ ਐਜੂਕੇਸ਼ਨ ਕੀ ਹੈਗੀ ਹੈ ਔਰ ਉਸ ਦੇ ਨਾਲ ਰੈਲੇਵੈਂਟ ਪ੍ਰੋਗਰਾਮ। ਗ੍ਰੈਜੂਏਟ ਜਿਹੜੇ ਨੇ ਹਮੇਸ਼ਾ ਪੋਸਟ ਗ੍ਰੈਜੂਏਟ ਵਿੱਚ ਹੀ ਜਾਣਾ ਹੈਗਾ, ਤਾਂ ਹੀ ਅੱਪਰ ਲੈਵਲ ਦੀ ਐਜੂਕੇਸ਼ਨ 'ਤੇ ਜਾ ਰਹੇ ਹੈਗੇ ਆ, ਪੋਸਟ ਸੈਕੰਡਰੀ ਨਹੀਂ ਲੈਣਾ ਹੈਗਾ। ਔਰ ਕਾਲਜ ਦੀਆਂ ਜਿਹੜੀਆਂ ਕੰਡੀਸ਼ਨਸ ਨੂੰ ਮੀਟ ਕਰਨਾ ਹੈਗਾ, ਐਡਮਿਸ਼ਨ ਦੀ ਕੰਡੀਸ਼ਨਸ ਨੂੰ, ਜਿਹੜੀ ਜਿਸ ਤਰ੍ਹਾਂ ਆਫਰ ਲੈਟਰ ਜਿਹੜੀ ਹੈਗੀ ਆ ਉਹ ਕੰਡੀਸ਼ਨਲ ਨਹੀਂ ਹੋਣੀ ਚਾਹੀਦੀ, ਅਨਕੰਡੀਸ਼ਨਲ ਹੋਣੀ ਚਾਹੀਦੀ। ਇਹ ਸ਼ਰਤ ਹੈ ਅੰਬੈਸੀ ਦੀ। ਇਹ ਛੋਟੇ ਹਾਲੇ ਛੋਟੇ ਜਿਹੇ ਲਕੂਨੇ, ਛੋਟੇ ਜਿਹੇ ਪੁਆਇੰਟ ਮੈਂ ਦੱਸੇ ਨੇ ਜਿਹੜੇ ਕਿ ਸਿੱਧੀ ਜਿਹੜੀ ਜਿਹਨੂੰ ਰੂਲਸ ਨੂੰ ਮੀਟ ਕਰਨ ਵਾਲੀ ਗੱਲ ਹੈਗੀ ਹੈ। ਤੇ ਜਿਸ ਤਰ੍ਹਾਂ ਕਿ +2 ਜਿਹੜੇ ਮੰਨ ਲਓ ਕਿ ਨੋਨ ਮੈਡੀਕਲ ਕੀਤਾ, ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਕੀਤਾ, ਮੈਥਮੈਟਿਕਸ ਦੇ ਵਿੱਚ ਲੈਸ ਦੈਨ 50% ਨਹੀਂ, ਸੋ ਉਹ ਕੋਰਸ ਜਿਹਦੇ ਵਿੱਚ ਮੈਥਮੈਟਿਕਸ ਦੀ ਲੋੜ ਨਹੀਂ ਹੈ, ਫਿਜ਼ਿਕਸ ਵਿੱਚ ਘੱਟ ਨੇ ਤਾਂ ਫਿਜ਼ਿਕਸ ਦੀ ਜਿਹੜੇ ਉਹ ਕੋਰਸ ਜਿਹਦੇ ਵਿੱਚ ਫਿਜ਼ਿਕਸ ਦੀ ਲੋੜ ਨਹੀਂ ਹੈ। ਮੰਨ ਲਓ ਕਿ ਫਿਜ਼ਿਕਸ ਦੇ ਵਿੱਚ 100 ਚੋਂ 35 ਨੰਬਰ ਨੇ ਤੇ ਇਹੋ ਜਿਹਾ ਕੋਰਸ ਲੈ ਲਈਏ ਜਿਹਦੇ ਵਿੱਚ ਫਿਜ਼ਿਕਸ ਦੀ ਬਹੁਤ ਲੋੜ ਹੈ। ਮੰਨ ਲਓ ਕਿ ਮਕੈਨੀਕਲ ਇੰਜੀਨੀਅਰਿੰਗ ਲੈ ਲਈਏ ਜਾਂ ਇਸ ਤਰ੍ਹਾਂ ਦਾ, ਤੇ ਸੋ ਉਹ ਜਿਹੜੇ ਵਿੱਚ, ਤੇ ਉਹਦਾ ਮਤਲਬ ਕਿ ਉਹ ਬੱਚਾ ਉਸ ਕੋਰਸ ਦੇ ਵਿੱਚ ਬੜਾ ਵੀਕ ਹੈ, ਉਸ ਕੋਰਸ ਦੀ ਲੋੜ ਆ ਅੱਗੇ ਜ਼ਿਆਦਾ ਹਾਇਰ ਸਟੱਡੀ ਵਾਸਤੇ,
ਉਹ ਬੱਚਾ ਪੜ੍ਹ ਨਹੀਂ ਪਾਏਗਾ, ਇਸ ਕਰਕੇ ਆਬਜੈਕਸ਼ਨ ਲੱਗੇਗਾ, ਰਿਫਿਊਜ਼ਲ ਜੀ ਹੋਏਗੀ। ਜੀ ਜੀ ਸੋ ਇਸੇ ਤਰੀਕੇ ਨਾਲ ਹੋਰ GIC ਦੇ ਵਿੱਚ ਜਿਹੜਾ $10,000 ਭਰਨੇ ਨੇ, 1 ਸਾਲ ਦੀ ਫੀਸ ਭਰਨੀ ਹੈਗੀ ਹੈ। ਇਹ ਸਾਰੇ ਜਿਹੜੇ ਛੋਟੇ ਛੋਟੇ ਰੂਲਸ ਰੈਗੂਲੇਸ਼ਨ ਜਿਹੜੇ ਇਸ ਤਰ੍ਹਾਂ ਜਿੱਥੇ ਵੀ ਕਿਤੇ ਗਲਤੀ ਕੀਤੀ ਉੱਥੇ ਰਿਫਿਊਜ਼ਲ ਹੋਏਗੀ। ਜੀ 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 ਔਰ ਦੂਸਰਾ ਇਹ ਵੀ ਹੋ ਜਾਂਦਾ ਹੈਗਾ ਕਿ ਚਲੋ ਕਈ ਵਾਰੀ ਰਿਫਿਊਜ਼ਲ ਸਾਰਾ ਰਾਹ ਸਿੱਧਾ ਹੈਗਾ ਤੇ ਰਿਫਿਊਜ਼ਲ ਹੋ ਗਈ, ਔਰ ਕਾਰਨ ਕੀ ਹੋਇਆ ਕਿ ਜਦੋਂ ਮਾਰਕਸ ਘੱਟ ਨੇ ਤੇ ਲੀਨੀਅੰਟ ਵੀਜ਼ਾ ਆਫੀਸਰ ਜਿਹੜਾ ਹੈਗਾ ਉਹ ਵੀਜ਼ਾ ਦੇ ਦੇਗਾ, ਸਟ੍ਰਿਕਟ ਵੀਜ਼ਾ ਆਫੀਸਰ ਜਿਹੜਾ ਰਿਫਿਊਜ਼ ਕਰ ਦੇਗਾ ਆਬਜੈਕਸ਼ਨ ਲਾ ਕੇ। ਜਦੋਂ ਅਸੀਂ ਦੁਬਾਰਾ ਅਪਲਾਈ ਕਰਦੇ ਹਾਂ, ਜੇ ਸਾਨੂੰ ਪਤਾ ਰਾਹ ਸਾਡਾ ਠੀਕ ਹੈਗਾ, ਕੋਰਸ ਠੀਕ ਹੈਗਾ, ਕਾਲਜ ਠੀਕ ਹੈਗਾ ਤੇ ਸਾਰਾ ਕੁਝ ਜਿਹੜੀ ਆ ਬਾਕੀ ਕੰਡੀਸ਼ਨਾਂ GIC ਫੀਸ ਸਾਰਾ ਕੁਝ ਠੀਕ ਹੈਗਾ, ਕਾਗਜ਼ ਪੱਤਰ ਠੀਕ ਨੇ, ਤੇ ਅਸੀਂ ਦੁਬਾਰਾ ਵੀ ਅਪਲਾਈ ਕਰਦੇ ਹੈਗੇ ਆ ਔਰ ਲਿਖ ਕੇ ਵੀਜ਼ਾ ਆਫੀਸਰ ਨੂੰ ਜਿਹੜਾ ਦੱਸਦੇ ਹੈਗੇ ਆ ਕਿ ਇਸ ਕਾਰਨ ਕਰਕੇ ਵੀਜ਼ਾ ਬੱਚੇ ਨੂੰ ਦੇ ਦੇਣਾ ਚਾਹੀਦਾ ਹੈਗਾ। ਤੇ ਅਗੇਨ ਜਿਹੜੀ ਫਾਈਲ ਜਿਹੜੀ ਆ ਦੂਜਾ ਵੀਜ਼ਾ ਆਫਿਸਰ ਚੱਕਦਾ ਅਗੇਨ, ਫਿਰ ਉਹ ਇਹ ਹੈ ਕਿ ਅਗਰ ਲੀਨੀਅੰਟ ਵੀਜ਼ਾ ਆਫਿਸਰ ਹੋਏਗਾ ਤੇ ਵੀਜ਼ਾ ਲੱਗ ਜਾਏਗਾ। ਲੇਕਿਨ ਬੜੀ ਅੱਛੀ ਖੁਸ਼ਖਬਰੀ ਦੀ ਚੰਗੀ ਖਬਰ ਇਹ ਹੈਗੀ ਹੈ ਜਿਹੜੀ ਵਾਹਿਗੁਰੂ ਦੀ ਵੱਲੋਂ ਕਿ ਬਈ ਇਹ ਕੈਨੇਡਾ ਦੇ ਵਿੱਚ ਅਗਰ 1 2 3 4 5 ਰਿਫਿਊਜ਼ਲਾਂ ਵੀ ਹੋ ਜਾਣ, ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ। ਜਦੋਂ ਆਪਾਂ ਰਾਹ ਜੇ ਗਲਤੀ ਕੀਤੀ ਸੀ ਉਹਨੂੰ ਸੁਧਾਰ ਲਵਾਂਗੇ, ਜਾਂ ਕਿ ਉਹਨੂੰ ਚੰਗੀ ਤਰ੍ਹਾਂ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਚਾਹੀਦੇ ਨੇ। ਹੁਣ ਕਈ ਲੋਕ ਜਿਹੜੇ ਨੇ ਗਲਤ ਮਲਤ ਡਾਕੂਮੈਂਟ ਲਾ ਦਿੰਦੇ, ਕਈ ਕੰਸਲਟੈਂਟ ਨੂੰ ਨੌਲੇਜ ਨਹੀਂ ਹੈਗੀ ਪੂਰੀ ਤਰ੍ਹਾਂ, ਗਲਤ ਡਾਕੂਮੈਂਟ ਲੱਗਣਗੇ, ਗਲਤ ਤਰੀਕੇ ਨਾਲ ਫਾਰਮ ਭਰੇ ਜਾਣਗੇ ਤੇ ਮਾੜੀ ਜੀ ਖਾਸ ਤੌਰ ਤੇ ਮਾੜੀ ਜੀ ਗਲਤੀ, ਫੋਰ ਐਗਜ਼ਾਮਪਲ ਕਿ ਇੱਕ ਟਿਪ ਦੇ ਤੌਰ ਤੇ ਕਿ USA ਤੇ ਕੈਨੇਡਾ ਦਾ ਜਿਹੜਾ ਹੈਗਾ ਐਗਰੀਮੈਂਟ ਹੈਗਾ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਦਾ, ਔਰ ਅਗਰ USA ਦੇ ਵਿੱਚ ਰਿਫਿਊਜ਼ਲ ਹੈਗੀ ਹੈ ਔਰ ਉਸ ਨੂੰ ਅਸੀਂ ਕੈਨੇਡਾ ਦੇ ਵਿੱਚ ਜਦੋਂ ਅਪਲਾਈ ਕਰੀਏ ਉਸ ਵਿੱਚ ਫਾਰਮਾਂ 'ਚ ਪੁੱਛਦੇ ਨੇ ਕਿ ਕਿਸੇ ਕੰਟਰੀ ਤੋਂ ਰਿਫਿਊਜ਼ਲ ਹੈਗੀ ਆ, ਅਗਰ USA ਦੀ ਰਿਫਿਊਜ਼ਲ ਨਾ ਕਰਦੀ ਆਪਾਂ ਲੱਗੀ ਹੋਵੇ ਤੇ 5 ਸਾਲ ਦਾ ਸਿੱਧਾ ਬੈਨ ਹੁੰਦਾ ਹੈ ਕਿ 5 ਸਾਲ ਵਾਸਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਕੈਨੇਡਾ ਐਮਬੈਸੀ ਵੱਲੋਂ। ਸੋ ਇਹ ਜਿਹੜੀ ਹੈ ਇਸ ਤਰ੍ਹਾਂ ਦੇ ਜਿਹੜੇ ਟਿਪਸ ਜਿਹੜੇ ਹੈਗੇ ਨੇ, ਇਹ ਜਦੋਂ ਤੁਸੀਂ ਸਿੱਧਾ ਚੰਗੀ ਤਰੀਕੇ ਨਾਲ ਫਾਈਲ ਲਾਈ ਹੋਵੇ ਤੇ ਫਿਰ ਜਿਹੜਾ ਈਵਨ ਕਿ ਰਿਫਿਊਜ਼ਡ ਕੇਸਿਸ ਨੂੰ ਵੀ ਵੀਜ਼ਾ ਮਿਲਦਾ ਹੈਗਾ, ਕੋਈ ਚਿੰਤਾ ਦੀ। ਅੱਛਾ ਸਰ, ਕਈ ਇਦਾਂ ਦੇ ਵੀ ਕੇਸਿਸ ਨੇ ਕਿ ਮਤਲਬ ਸਟੂਡੈਂਟਸ ਨੇ ਜਿਹੜੇ ਕਿ ਰਿਫਿਊਜ਼ਲ ਆਉਣ ਤੋਂ ਬਾਅਦ ਥੋੜ੍ਹੇ ਜਿਹਾ ਡਰਦੇ ਨੇ ਕਿ ਆਪਾਂ ਵਾਪਸ ਕੈਨੇਡਾ ਹੀ ਲਾਈਏ ਜਾਂ ਸਾਨੂੰ ਆਸਟ੍ਰੇਲੀਆ ਲਾ ਲੈਣੀ ਚਾਹੀਦੀ ਹੈ ਹੁਣ ਆਪਣੀ ਫਾਈਲ। ਸੋ ਇਜ਼ ਇਟ ਪੋਸੀਬਲ ਕਿ ਉਹ ਆਸਟ੍ਰੇਲੀਆ ਦੇ ਲਈ ਅਪਲਾਈ ਕਰ ਸਕਦੇ ਨੇ ਜੇ ਉਹਨਾਂ ਦੀ ਕੈਨੇਡਾ ਤੋਂ ਰਿਫਿਊਜ਼ਲ ਹੈਗੀ ਹੈ? ਬਿਲਕੁਲ, ਦੇਖੋ ਅੰਬੈਸੀਆਂ ਤਾਂ ਸਾਰੀਆਂ ਹੀ ਅਲਾਉ ਕਰਦੀਆਂ ਨੇ ਕਿ ਕਿਸੇ ਇੱਕ ਕੰਟਰੀ ਤੋਂ ਅਗਰ ਰਿਫਿਊਜ਼ ਹੋ ਗਿਆ ਤਾਂ ਦੂਸਰੇ ਕੰਟਰੀ ਦੇ ਵਿੱਚ ਤੁਸੀਂ ਲਾ ਸਕਦੇ ਹੋ, ਉਹਦੇ 'ਚ ਕੋਈ ਰੁਕਾਵਟ ਨਹੀਂ ਹੈਗੀ। ਬਟ ਅਗੇਨ ਦੇਖਣ ਵਾਲੀ ਗੱਲ ਇਹ ਹੈਗੀ ਕਿ ਉਹਨਾਂ ਦੀ ਐਲੀਜੀਬਿਲਿਟੀ ਕੀ ਹੈਗੀ, ਅਲੱਗ-ਅਲੱਗ ਕੰਟਰੀ ਦੇ ਅਲੱਗ-ਅਲੱਗ ਰੂਲਸ ਨੇ। ਜ਼ਿਆਦਾਤਰ ਹੁਣ ਕੈਨੇਡਾ ਦੇ ਵਿੱਚ ਓਲਡ ਫੰਡਸ ਦੀ ਜ਼ਰੂਰਤ ਨਹੀਂ ਹੈਗੀ। 2 ਸਮੈਸਟਰ ਦੀ ਫੀਸ ਤਕਰੀਬਨ 8 ਲੱਖ ਜਾਂ ਉਸ ਤੋਂ ਕੁਝ ਕਾਲਜ ਦੀ ਘੱਟ ਹੈ, ਕੁਝ ਵੱਧ ਹੈਗੀ ਹੈ। ਫੀਸ ਭਰਨੀ ਹੈਗੀ, ਆਪਣੇ ਅਕਾਊਂਟ ਤੋਂ ਭਰਨੀ ਹੈ, ਕਿੱਥੋਂ ਆਈ, ਕਿੰਨੀ ਪੁਰਾਣੀ ਸੀ, ਕਿਸੇ ਤੋਂ ਲੈ ਕੇ ਭਾਵੇਂ ਤੁਸੀਂ ਆਪਣੇ ਅਕਾਊਂਟ 'ਚ ਪਾ ਲਈ, ਸਿਰਫ ਅੱਗੇ ਭੇਜ ਦਿੱਤੀ ਕਾਲਜ ਨੂੰ ਤੇ ਉਹਨਾਂ ਨੂੰ ਐਮਬੈਸੀ ਨੂੰ ਕੋਈ ਮਤਲਬ ਨਹੀਂ ਕਿੱਥੋਂ ਆਈ, ਕਿੰਨੀ ਪੁਰਾਣੀ ਸੀ। ਲੇਕਿਨ ਆਸਟ੍ਰੇਲੀਆ ਦੀ ਗੱਲ ਕਰੀਏ, ਨਿਊਜ਼ੀਲੈਂਡ ਦੀ ਗੱਲ ਕਰੀਏ, ਜ਼ਿਆਦਾਤਰ ਕੰਟਰੀਜ਼ ਨੂੰ ਇਹ ਦੇਖਣਾ ਹੁੰਦਾ 6 ਮਹੀਨੇ ਪੁਰਾਣੇ ਫੰਡਸ ਹੋਣੇ ਚਾਹੀਦੇ ਨੇ, ਬਕਾਇਦਾ ਬੈਂਕ ਬੈਲੈਂਸ, ਬੈਂਕ ਦੀ ਜਿਹੜੀ ਅਕਾਊਂਟ ਸਟੇਟਮੈਂਟਸ ਲਾਉਣੀ ਹੁੰਦੀ ਹੈ, ਕਿੱਥੋਂ ਤੁਹਾਡੇ ਅਕਾਊਂਟ 'ਚ ਆਏ ਸੀਗੇ, ਕਿੰਨੀ ਇਨਕਮ ਸੀਗੀ, ਇਨਕਮ ਦੇ ਨਾਲ ਤਾਲਮੇਲ ਬੈਠਦਾ ਹੈ ਤੁਹਾਡੇ ਬੈਂਕ ਬੈਲੈਂਸ ਦਾ ਕਿ ਨਹੀਂ। ਇਨਕਮ ਹੈਗੀ ਤੁਹਾਡੀ 2 ਲੱਖ, ਬੈਂਕ ਦੇ ਵਿੱਚ ਪਏ ਨੇ 20 ਲੱਖ ਤੇ ਉਹ ਕਿੱਥੋਂ ਆਏ? ਤੁਹਾਡੇ 2 ਲੱਖ ਸਾਲ ਦੀ ਇਨਕਮ ਹੈਗੀ ਤੇ 20 ਲੱਖ ਤੁਹਾਡੇ ਅਕਾਊਂਟ 'ਚ ਇੰਨੇ ਸਾਰੇ ਪੈਸੇ ਕਿੱਥੋਂ ਆਏ? ਸੋ ਇਹ ਸਾਰਾ ਜਿਹੜਾ ਸੋਰਸ ਆਫ ਇਨਕਮ ਕੀ, ਸੋਰਸ ਆਫ ਫੰਡਸ ਕੀ ਹੈਗਾ, ਵੀ ਇਹ ਆਏ ਨੇ ਤਾਂ ਫਸਲ ਵੇਚੀ ਸੀ, ਕਿੱਥੋਂ ਆਏ ਨੇ, ਉਹ ਸਾਰੇ ਪੇਪਰ ਨਾਲ ਲੱਗਣਗੇ। ਇਹ ਸਾਰਾ ਜਿਹੜਾ ਹੈ ਉਹ ਸਾਰਾ ਡਿਪੈਂਡ ਕਰਦੇਗਾ ਵੈਦਰ ਕਿ ਤੁਸੀਂ ਤੁਹਾਡੇ ਕੋਲ ਪੁਰਾਣੇ ਫੰਡ ਹੈਗੇ ਕਿ ਨਹੀਂ, ਔਰ ਤੁਸੀਂ ਉਸ ਕੰਟਰੀ ਦੀਆਂ ਕੰਡੀਸ਼ਨਸ ਨੂੰ ਮੀਟ ਕਰਦੇ ਹੋ ਕਿ ਨਹੀਂ। ਔਰ ਫਿਲਹਾਲ ਤਾਂ ਜਿਹੜੀ ਈਵਨ ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਵੀਜ਼ਾ ਜਿਹੜਾ ਸਟੂਡੈਂਟਸ ਦੀ ਐਂਟਰੀ ਨੂੰ ਆਲਮੋਸਟ ਬੰਦ ਹੀ ਕੀਤਾ ਹੋਇਆ ਤੇ ਬੜਾ ਰੇਅਰ ਹੈਗਾ। ਲੇਕਿਨ ਆਸਟ੍ਰੇਲੀਆ ਵਾਸਤੇ ਤਾਂ ਖਾਸ ਤੌਰ ਤੇ ਜਿਸ ਤਰ੍ਹਾਂ ਮੈਂ ਕੈਨੇਡਾ ਦਾ ICCRC ਮੈਂਬਰ, ਕੈਨੇਡਾ ਐਮਬੈਸੀ ਵੱਲੋਂ ਮਨਜ਼ੂਰਸ਼ੁਦਾ ਕੰਸਲਟੈਂਟ ਕੈਨੇਡਾ ਗਵਰਨਮੈਂਟ ਵੱਲੋਂ ਔਰ ਕੈਨੇਡਾ ਐਮਬੈਸੀ ਵੱਲੋਂ, ਸੋ ਆਸਟ੍ਰੇਲੀਆ ਵਾਸਤੇ ਇਸੇ ਤਰੀਕੇ ਨਾਲ ਮਾਰਾ ਏਜੰਟ ਕਹਿੰਦੇ ਆ ਜਾਂ ਮਾਰਾ ਮੈਂਬਰ ਲੀਗਲੀ ਆਥੋਰਾਈਜ਼ਡ ਨੇ ਆਸਟ੍ਰੇਲੀਅਨ ਗਵਰਨਮੈਂਟ, ਆਸਟ੍ਰੇਲੀਅਨ ਐਮਬੈਸੀ ਵੱਲੋਂ। ਸਾਡੇ ਮੈਂਬਰ ਜਿਹੜਾ ਪਾਇਨੀਅਰ ਇਮੀਗ੍ਰੇਸ਼ਨ ਦੇ ਹੈਗੇ ਨੇ ਡਾਕਟਰ ਗਗਨਦੀਪ ਕੌਰ ਜੱਜੀ, ਉਹ ਜਿਹੜੇ ਨੇ ਮਾਰਾ ਮੈਂਬਰ ਨੇ, ਮਾਰਾ ਏਜੰਟ ਨੇ। ਔਰ ਆਸਟ੍ਰੇਲੀਆ ਦਾ ਸਾਰਾ ਜਿੰਨਾ ਵੀ ਸਟੂਡੈਂਟਸ ਦਾ ਜਾਂ ਹੋਰ ਵੀ ਕਿਸੇ ਕੈਟੇਗਰੀ ਦਾ ਜਿਹੜਾ ਸਾਰਾ ਕੰਮ ਹੈਗਾ ਉਹ ਆਪਣੀ ਦੇਖ ਰੇਖ ਦੇ ਵਿੱਚ ਉਹ ਕਰਵਾਉਂਦੇ ਨੇ। ਉਸ ਦੇ ਵਾਸਤੇ ਆਸਟ੍ਰੇਲੀਆ ਵਾਸਤੇ ਵੀ ਵੈਲਕਮ ਹੈਗਾ ਜੀ। ਜੀ, ਤੇ ਇੱਕ ਐਕਸਪਰਟ ਤੇ ਪ੍ਰੋਫੈਸ਼ਨਲ ਟੀਮ ਤੁਹਾਨੂੰ ਇੱਥੇ ਆ ਕੇ ਮਿਲਣ ਵਾਲੀ ਹੈਗੀ ਹੈ, ਤੁਹਾਨੂੰ ਗਾਈਡੈਂਸ ਕਰਨ ਦੇ ਲਈ ਜਿਹੜੀ ਇਹਨਾਂ ਦੀ ਟੀਮ ਹੈਗੀ ਹੈ ਬਹੁਤ ਹੀ ਪ੍ਰੋਫੈਸ਼ਨਲ, ਹੋਰ ਕਈ ਸਾਲਾਂ ਦਾ ਐਕਸਪੀਰੀਅੰਸ ਉਹ ਹੋਲਡ ਕਰਦੇ ਨੇ। ਕਈ ਬੱਚਿਆਂ ਨੂੰ ਡੇ ਟੂ ਡੇ ਬੇਸਿਸ ਦੇ ਉੱਤੇ, ਉਹ ਡੇਲੀ ਬੇਸਿਸ ਦੇ ਉੱਤੇ ਦੇਖਦੇ ਨੇ। ਪਰ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਇਹਨਾਂ ਤੋਂ ਗਾਈਡੈਂਸ,
ਬਿਲਕੁਲ ਵੀ ਦੇਰ ਨਾ ਕਰੋ, ਟਾਈਮ ਜ਼ਾਇਆ ਨਾ ਕਰੋ, ਇਹਨਾਂ ਦੇ ਨੰਬਰ ਨੋਟ ਕਰੋ, ਤੁਹਾਡੇ ਟੀਵੀ ਸਕਰੀਨ 'ਤੇ ਫਲੈਸ਼ ਹੁੰਦੇ ਪਏ ਨੇ, ਉਹਨਾਂ ਨੰਬਰ ਸੇ ਕੰਟੈਕਟ ਕਰਕੇ ਅਪਾਇੰਟਮੈਂਟ ਹੁਣੇ ਹੀ ਬੁੱਕ ਕਰਵਾ ਲਓ। ਡਾਕਟਰ ਅਭੀ ਬਿਲਕੁਲ ਜੀ ਦਿਵਿਆ ਜੀ, ਇੱਕ ਵਾਰੀ ਫਿਰ ਮੈਂ ਡੇਟਾ ਦੱਸਣਾ ਜੀ ਚਾਹੂੰਗਾ। ਜੀ 20 ਨੂੰ ਲੁਧਿਆਣਾ, 24 ਨੂੰ ਜਲੰਧਰ, ਸੋ ਨੈਕਸਟ ਵੀਕ ਜਿਹੜਾ ਬਰਨਾਲਾ ਬਠਿੰਡਾ। ਪਹਿਲਾਂ ਅਪਾਇੰਟਮੈਂਟਸ ਜ਼ਰੂਰ ਬੁੱਕ ਕਰਵਾ ਲਓ, ਟਾਈਮ ਫਿਕਸ ਕਰ ਲਓ। ਟਾਈਮ ਫਿਰ ਵੀ ਕੱਢ ਕੇ, ਕਈ ਵਾਰ ਅਪਾਇੰਟਮੈਂਟ ਦੇ ਟਾਈਮ ਤੇ ਵੀ ਨਹੀਂ ਮਿਲਿਆ ਜਾਂਦਾ, ਕਿਉਂਕਿ ਉਸ ਤੁਹਾਡੇ ਤੋਂ ਪਹਿਲਾਂ ਜਿਨ੍ਹਾਂ ਨੂੰ ਮਿਲਦੇ ਪਏ ਕੰਪਲਿਕੇਟਿਡ ਕੇਸ ਆ, ਵੱਧ ਟਾਈਮ ਲੈ ਲਿਆ ਤੇ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ। ਔਰ ਮੇਰੀ ਰਿਕੁਐਸਟ, ਜ਼ਰੂਰੀ ਸਵਾਲ ਜ਼ਰੂਰੀ ਆਪਣੇ ਲਿਖ ਕੇ ਲਿਆਉਣੇ ਨੇ ਔਰ ਫਟਾਫਟ ਮੇਰੇ ਨਾਲ ਸ਼ਾਰਟ ਮੀਟਿੰਗ ਦੇ ਵਿੱਚ ਕਰਨਾ, ਤਾਂ ਕਿ ਤੁਹਾਡੇ ਤੋਂ ਅਗਲੇ ਕੈਂਡੀਡੇਟ ਨੂੰ ਜ਼ਿਆਦਾ ਵੇਟ ਨਾ ਕਰਨੀ ਪਵੇ। ਬਿਲਕੁਲ ਬਿਲਕੁਲ। ਦੇਖੋ ਟਾਈਮ ਬਹੁਤ ਹੀ ਕੀਮਤੀ ਹੁੰਦਾ ਆ, ਔਰ ਮੇਰੀ ਵੀ ਕੋਸ਼ਿਸ਼ ਹੈ ਤੁਹਾਡੇ ਵੱਲੋਂ ਹਰ ਸਵਾਲ ਜਵਾਬ ਮੈਂ ਪੁੱਛਾਂ। ਐਂਡ ਤੱਕ ਸ਼ੋਅ ਨੂੰ ਦੇਖਿਓ, ਤੁਹਾਡੇ ਮਤਲਬ ਦੇ ਸਵਾਲ ਪੁੱਛੇ ਜਾ ਰਹੇ ਨੇ ਜਿਹੜੀ ਕਿ ਤੁਹਾਡੇ ਫਿਊਚਰ ਦੇ ਲਈ ਤੁਹਾਨੂੰ ਬਹੁਤ ਹੈਲਪ ਕਰਨਗੇ। ਸਰ ਆਇਲਸ ਦੀ ਮੈਂ ਗੱਲ ਕਰਨਾ ਚਾਹਾਂਗੀ ਇੱਕ ਵਾਰ ਫਿਰ, ਕੈਨੇਡਾ ਨੂੰ ਲੈ ਕੇ ਕੀ ਬੇਸਿਕ ਰਿਕੁਆਇਰਮੈਂਟ ਹੈਗੀ ਹੈ ਬੈਂਡਸ ਦੀ, ਅਤੇ ਜੇ ਨੋਰਮਲ ਹੀ ਸਟੂਡੈਂਟ ਦੀ ਕੀ ਬੈਂਡ ਰਿਕੁਆਇਰਮੈਂਟ ਹੈਗੀ ਹੈ, ਅਤੇ ਮਾਸਟਰਸ ਜਾਂ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਦੀ ਕੀ ਰਿਕੁਆਇਰਮੈਂਟ ਹੈਗੀ ਹੈ? ਕਿਆ ਇਹ ਸੇਮ ਹੈਗਾ ਜਾਂ ਕੁਝ ਡਿਫਰੈਂਸ ਹੈਗਾ? ਦੇਖੋ ਦਿਵਿਆ ਜੀ, ਜੇ ਆਪਾਂ ਘੱਟੋ ਘੱਟ ਬੈਂਡ ਦੀ ਗੱਲ ਕਰੀਏ, ਓਵਰਆਲ 6 ਨਾਟ ਲੈਸ ਦੈਨ 5.5 ਔਰ 5.5 ਇਨ 1 ਮੋਡਿਊਲ। 5.5 ਇਨ 1 ਮੋਡਿਊਲ ਹੋਣਗੇ ਤਾਂ ਹਾਈ ਸਕਸੈਸ ਰੇਟ, 5.5 ਇਨ 2 ਮੋਡਿਊਲਸ ਹੋਣਗੇ ਤਾਂ ਸਕਸੈਸ ਰੇਟ ਘਟ ਜਾਏਗਾ। ਸੋ ਇਹ ਤਾਂ ਹੈਗੀ ਹੈ ਮਿਨੀਮਮ ਜਿਹੜੀ ਕਿ ਹੋਣੀ ਚਾਹੀਦੀ ਹੈਗੀ ਹੈ। ਪੀਟੀਈ ਟੋਫਲ ਦੇ ਵੀ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਰਿਕੁਆਇਰਮੈਂਟ, ਲੇਕਿਨ ਪੀਟੀਈ ਟੋਫਲ ਵੀ ਤੁਸੀਂ ਕਰ ਸਕਦੇ ਹੋ, ਉਹ ਵੀ ਅੰਬੈਸੀ ਵੱਲੋਂ ਐਕਸੈਪਟੇਬਲ ਹੈਗਾ। ਲੇਕਿਨ ਜਿਹੜਾ ਹੈਗਾ ਇਹਨਾਂ ਦੇ ਵਿੱਚ ਮੰਨ ਲਓ ਓਵਰਆਲ 6 ਨਾਟ ਲੈਸ ਦੈਨ 5.5 ਦੀ ਜਿਹੜੀ ਹੈਗੀ ਹੈ, ਕਈ ਕਾਲਜਿਸ ਐਕਸੈਪਟ ਕਰਦੇ ਆ, ਕਈ ਕਾਲਜਿਸ 6 ਈਚ ਮੰਗਦੇ ਨੇ। ਅਲੱਗ-ਅਲੱਗ ਕਾਲਜਿਸ ਦੀ ਰਿਕੁਆਇਰਮੈਂਟ ਹੈਗੀ ਹੈ। ਜੇ ਤੁਹਾਡੇ ਜ਼ਿਆਦਾ ਬੈਂਡ ਨੇ, ਮੰਨ ਲਓ ਖਾਸ ਤੌਰ ਤੇ ਗ੍ਰੈਜੂਏਟਸ ਜਿਹੜੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਹੀ ਜਾਣਾ ਚਾਹੀਦਾ, ਪੋਸਟ ਸੈਕੰਡਰੀ 'ਚ ਨਹੀਂ ਜਾਣਾ ਚਾਹੀਦਾ। ਔਰ ਇਹੋ ਜਿਹੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ ਜ਼ਿਆਦਾਤਰ ਜਿਹੜੇ ਕਾਲਜਿਸ ਦੀ, ਯੂਨੀਵਰਸਿਟੀਜ਼ ਦੀ ਜਿਹੜੀ ਰਿਕੁਆਇਰਮੈਂਟ 6.5 ਨਾਟ ਲੈਸ ਦੈਨ 6। ਲੇਕਿਨ ਕੁਝ ਕਾਲਜ, 2-3 ਕਾਲਜ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਦੇ ਦਿੰਦੇ ਨੇ ਓਵਰਆਲ 6 ਨਾਟ ਲੈਸ ਦੈਨ 5.5 ਦੇ ਵਿੱਚ ਵੀ। ਔਰ ਈਵਨ ਕਿ ਜਿਹੜਾ ਗ੍ਰੈਜੂਏਟਸ, ਪੋਸਟ ਗ੍ਰੈਜੂਏਟਸ, ਮਾਸਟਰਸ, ਬੀਟੈਕ, ਐਮਟੈਕ, ਐਮਸੀਏ, ਐਮਬੀਏ, ਐਮਕਾਮ, ਔਰ ਜਿੰਨੇ ਵੀ ਗ੍ਰੈਜੂਏਟਸ ਬੀਟੈਕ, ਬੀਸੀਏ, ਬੀਏ ਵਗੈਰਾ, ਜਿੰਨੇ ਵੀ ਗ੍ਰੈਜੂਏਟਸ, ਪੋਸਟ ਗ੍ਰੈਜੂਏਟਸ ਨੇ, ਉਹਨਾਂ ਦੀ ਵੀ ਐਡਮਿਸ਼ਨ ਕਾਲਜ ਵੱਲੋਂ ਓਵਰਆਲ 6 ਨਾਟ ਲੈਸ ਦੈਨ 5.5 ਵੱਲੋਂ, ਔਰ ਅੰਬੈਸੀ ਵੀ ਐਕਸੈਪਟ ਕਰਕੇ ਬਹੁਤ ਹਾਈ ਸਕਸੈਸ ਰੇਟ, ਕੋਈ ਪ੍ਰੋਬਲਮ ਨਹੀਂ ਹੈ। ਕੋਰਸ ਜਿਹੜਾ ਹੈ, ਜੇ ਤੁਸੀਂ ਅਗਰ ਬੈਂਡ ਕਈਆਂ ਦੇ ਘੱਟ ਦੇ ਨੇ, 2 'ਚ 5.5 ਨੇ, 3 'ਚ 5.5 ਨੇ, ਓਵਰਆਲ 6 ਨੇ, ਬੈਂਡਸ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋ ਰਹੀ, ਮੇਰਾ ਉਹਨਾਂ ਬੱਚਿਆਂ ਨੂੰ ਇਹ ਐਡਵਾਈਸ ਕਿ ਉਹ ਦੁਬਾਰਾ ਦੇ ਲੈਣ, ਦਿਲ ਨਾ ਛੱਡਣ, ਆਪਣੀ ਬੈਸਟ ਜਿਹੜੀ ਕੈਪੇਬਿਲਿਟੀ ਦਿਖਾ ਕੇ ਹੀ ਅੰਬੈਸੀ ਦੇ ਵਿੱਚ ਫਾਈਲ ਲਾਣੀ ਚਾਹੀਦੀ ਹੈ। ਰਾਈਟ, ਐਬਸੋਲੂਟਲੀ। ਸਰ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਤੁਸੀਂ ਸਿਰਫ ਸਟੂਡੈਂਟ ਵੀਜ਼ਾ ਦੇ ਵਿੱਚ ਹੀ ਡੀਲ ਕਰਦੇ ਹੋ ਜਾਂ ਹੋਰ ਵੀ ਕਿਸੇ ਵੀਜ਼ਾ ਦੇ ਵਿੱਚ ਤੁਸੀਂ ਡੀਲ ਕਰਦੇ ਹੋ? ਦਿਵਿਆ ਜੀ, ਮੇਨਲੀ ਸਾਡਾ ਸਟੂਡੈਂਟ ਵੀਜ਼ਾ ਦੇ ਵਿੱਚ ਹੀ ਕਾਫੀ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਹੈ, ਬਹੁਤ ਜ਼ਿਆਦਾ ਰਸ ਹੁੰਦਾ ਹੈਗਾ। ਲੇਕਿਨ ਉਸ ਦੇ ਨਾਲ ਰਿਲੇਟਡ ਹੁੰਦੇ ਨੇ, ਜਿਸ ਤਰ੍ਹਾਂ ਕਿ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਜਿਹੜਾ ਹੈਗਾ ਵਿਜ਼ਟਰ ਵੀਜ਼ਾ ਹੈਗਾ, ਕੈਨੇਡਾ ਮਿਲਣ ਜਾਣਾ ਹੈ। ਔਰ ਸੁਪਰ ਵੀਜ਼ਾ ਹੈਗਾ ਪੇਰੈਂਟਸ, ਗ੍ਰੈਂਡ ਪੇਰੈਂਟਸ ਵਾਸਤੇ। ਸੁਪਰ ਵੀਜ਼ਾ ਹੈਗਾ ਜਿਹੜੇ ਉੱਥੇ ਸਟੂਡੈਂਟਸ ਪੜ੍ਹਦੇ ਪਏ ਨੇ ਜਾਂ ਸਟੱਡੀ ਤੋਂ ਬਾਅਦ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ, ਉਹਨਾਂ ਦਾ ਵਿਆਹ ਹੁੰਦਾ ਤੇ ਸਪਾਊਸ ਜਾਂਦੇ ਨੇ ਇੱਥੋਂ। ਸਪਾਊਸ ਵੀਜ਼ਾ ਦੇ ਉੱਪਰ ਟੈਂਪਰੇਰੀ ਰੈਜ਼ੀਡੈਂਸ ਦੇ ਤੌਰ ਤੇ, ਜਿਹੜੇ ਉੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ, ਪੀਆਰ ਸਿਟੀਜ਼ਨ ਨੇ, ਉਹਨਾਂ ਦੇ ਸਪਾਊਸ ਜਿਹੜੇ ਜਾਂਦੇ ਨੇ ਪੀਆਰ ਦੇ ਤੌਰ ਤੇ। ਸੋ ਇਸ ਤਰ੍ਹਾਂ ਦੇ ਕਈ ਹੋਰ ਪ੍ਰੋਗਰਾਮ ਜਿਹੜੇ ਕੈਨੇਡਾ ਦੇ ਆਫਿਸ ਨੇ ਸਾਡੇ ਬਰੈਂਪਟਨ ਔਰ ਸੈਸਕੈਟੂਨ ਦੇ ਵਿੱਚ, ਉਹ ਸਟੱਡੀ ਪਰਮਿਟ ਐਕਸਟੈਂਸ਼ਨ, ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ, ਔਰ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਪੀਆਰ ਦੀ ਜਿਹੜੀ ਹੈ ਫਾਈਲਾਂ ਲਾਉਣਾ, ਕਈ ਤਰ੍ਹਾਂ ਦੇ ਉੱਥੇ ਉਹ ਬੱਚੇ ਜਿਹੜੇ ਪੀਆਰ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਕਰਨੀ ਹੁੰਦੀ ਆ, ਉਹ ਸਿਟੀਜ਼ਨਸ਼ਿਪ ਦੀ ਫਾਈਲਸ ਲਾਉਣਾ, ਇਹ ਸਾਰੇ ਪ੍ਰੋਗਰਾਮਸ ਅਸੀਂ ਡੀਲ ਕਰਦੇ ਹਾਂ। ਔਰ ਇੰਡੀਆ ਦੇ ਵਿੱਚ 70613 70613, ਕੈਨੇਡਾ ਦੇ ਵਿੱਚ 6479612313, YouTube ਚੈਨਲ ਔਰ ਫੇਸਬੁੱਕ ਪੇਜ ਔਰ ਇੰਸਟਾਗ੍ਰਾਮ ਪੇਜ ਜਿਹੜਾ ਸਾਡਾ ਲਾਈਕ ਕਰਨਾ ਹੈ। ਔਰ ਬੜੀਆਂ ਸਾਰੀਆਂ ਜਿਸ ਤਰ੍ਹਾਂ ਜੇ ਇੰਟਰਵਿਊ 'ਤੇ ਗੱਲਬਾਤ ਚੱਲਦੀ ਪਈ ਹੈ, ਅਸੀਂ ਇਹ ਫੇਸਬੁੱਕ ਵਗੈਰਾ 'ਤੇ ਜਦੋਂ ਉਹ ਜਿਹੜੇ ਅਪਲੋਡ ਕਰਦੇ ਹਾਂ, ਤੇ ਸਾਰੇ ਮੇਰੇ ਜਿਹੜੇ ਫਰੈਂਡਸ ਔਰ ਜਿਹੜੇ ਦੇਖਣ ਵਾਲੇ ਨੇ, ਜਿਹੜੇ ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਰਿਕੁਐਸਟ ਕਿ ਉਹ ਸ਼ੇਅਰ ਜ਼ਰੂਰ ਕਰਨ, ਤਾਂ ਕਿ ਉਹਨਾਂ ਦੇ ਅੱਗੇ ਜਿੰਨੇ ਵੀ ਫਰੈਂਡਸ ਨੇ ਉਹਨਾਂ ਨੂੰ ਇਹ ਸਾਰੀ ਸੱਚੀ ਸੁੱਚੀ ਵਧੀਆ ਇਨਫੋਰਮੇਸ਼ਨ ਉਹਨਾਂ ਤੱਕ ਵੀ ਪਹੁੰਚ ਸਕੇ। ਐਬਸੋਲੂਟਲੀ ਸਰ, ਸਭ ਤੋਂ ਚੰਗੀ ਗੱਲ ਇਹ ਹੈ ਕਿ ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਇੱਥੋਂ ਦੀ ਵੀਜ਼ਾ ਮਿਲ ਗਿਆ, ਉੱਥੇ ਭੇਜਤਾ ਤੇ ਇਹਨਾਂ ਦੀ ਜ਼ਿੰਮੇਵਾਰੀ ਖਤਮ। ਉੱਥੇ ਜਾ ਕੇ ਵੀ ਜੇ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ ਹੈਗੀ, ਇਹਨਾਂ ਦੇ ਟੀਮ ਨਾਲ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਅਵੇਲੇਬਲ ਹੈਗੇ ਨੇ, ਰਾਈਟ। ਤੇ ਸਰ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਸਪਾਊਸ ਕੇਸ ਦੇ ਬਾਰੇ ਥੋੜ੍ਹਾ ਜਿਹਾ ਗਾਈਡ ਕਰੋ ਸਾਨੂੰ, ਕਿ ਜੇ ਕੋਈ ਆਪਣੇ ਸਪਾਊਸ ਨੂੰ ਨਾਲ ਲਿਜਾਣਾ ਚਾਹੁੰਦਾ ਆ ਤਾਂ ਉਹ ਫਸਟ ਡੇ ਲਿਜਾਣਾ ਚਾਹੀਦਾ ਜਾਂ ਕੁਛ ਟਾਈਮ ਰੁਕ ਕੇ ਪਹਿਲੇ ਆਪ ਚਲੇ ਜਾਏ ਬੰਦਾ, ਉਸ ਤੋਂ ਬਾਅਦ ਆਪਣੇ ਸਪਾਊਸ ਨੂੰ ਲੈ ਕੇ ਜਾਏ? ਸਕਸੈਸ ਰੇਟ ਵਧਾਉਣ ਵਾਸਤੇ ਬੈਟਰ ਹੁੰਦਾ ਹੈ ਕਿ ਪਹਿਲਾਂ ਸਟੂਡੈਂਟ ਆਪ ਚਲਾ ਜਾਵੇ, ਔਰ ਉੱਥੇ ਕਲਾਸਿਸ ਸ਼ੁਰੂ ਕਰਕੇ
ਔਰ ਉੱਥੋਂ ਕਾਲਜ ਤੋਂ ਐਨਰੋਲਮੈਂਟ ਲੈਟਰ ਕਿ ਇਹ ਸਟੂਡੈਂਟ ਨੇ ਇੱਥੇ ਆ ਕੇ ਜੁਆਇਨ ਕਰ ਲਿਆ ਹੈਗਾ ਔਰ ਕਲਾਸਿਸ ਲਾਉਣੀਆਂ ਸ਼ੁਰੂ ਕਰ ਲਿੱਤੀਆਂ ਹੈਗੀਆਂ, ਫੀਸ ਪੇਡ ਹੈਗੀ ਹੈ, ਉਸ ਐਨਰੋਲਮੈਂਟ ਲੈਟਰ ਦੇ ਨਾਲ ਹੀ ਇਮੀਡੀਏਟਲੀ ਜਿਹੜਾ ਹੈਗਾ ਅਸੀਂ ਫਾਈਲ ਲਾ ਸਕਦੇ ਹਾਂ। ਲੇਕਿਨ ਆਫ ਕੋਰਸ ਜਦੋਂ ਹਾਲੇ ਵੀਜ਼ਾ ਲੱਗਿਆ ਹੀ ਹੈਗਾ ਸਟੂਡੈਂਟ ਵੀਜ਼ਾ, ਤੇ ਮੈਰਿਜ ਅਗਰ ਕਰਵਾ ਲਈ ਹੈਗੀ ਹੈ ਔਰ ਤੁਸੀਂ ਸਪਾਊਸ ਵੀਜ਼ਾ ਤੇ ਆਪਣੇ ਸਪਾਊਸ ਨੂੰ ਲੈ ਕੇ ਜਾਣਾ ਹੈਗਾ, ਤੇ ਕੈਨੇਡਾ ਜਾਣ ਤੋਂ ਪਹਿਲਾਂ ਹੀ ਐਨਰੋਲਮੈਂਟ ਕਰਵਾ ਕੇ ਸਾਡੀ ਸਰਵਿਸਿਜ਼ ਹਾਇਰ ਕਰਕੇ ਔਰ ਆਪਣੀ ਸਾਰੀ ਫਾਈਲ ਬਣਵਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈਗੀ, ਤਾਂ ਕਿ ਜਾਣ ਤੋਂ ਪਹਿਲਾਂ ਹੀ ਤੁਹਾਡੀ ਦੇਖ ਰੇਖ ਦੇ ਵਿੱਚ ਸਾਰੀ ਫਾਈਲ ਬਣਨੀ ਸ਼ੁਰੂ ਹੋ ਜਾਵੇ। ਕਈ ਤਰ੍ਹਾਂ ਦੇ ਕੁਐਸਚਨ ਆਨਸਰ ਹੁੰਦੇ ਨੇ, ਫਾਰਮ ਭਰਨੇ ਹੁੰਦੇ ਨੇ, ਸਾਰੀ ਇਨਫੋਰਮੇਸ਼ਨ ਭਰ ਕੇ ਤੇ ਜਾ ਕੇ ਜਿਹੜਾ ਐਨਰੋਲਮੈਂਟ ਲੈਟਰ ਲੈ ਕੇ ਅਸੀਂ ਫਾਈਲ ਕਰਾਂਗੇ। ਸਮਾਂ ਥੋੜਾ ਘੱਟ ਹੈਗਾ, ਫਟਾਫਟ ਇੱਕ ਸਵਾਲ ਦਾ ਹੋਰ ਜਵਾਬ ਦਿਓ ਕਿ ਕਈ ਇਦਾਂ ਦੀ ਪਹਿਲੇ ਗੱਲਾਂ ਉੱਠੀਆਂ ਸੀਗੀਆਂ ਕਿ ਬੜੇ ਸਾਰੇ ਸਟੂਡੈਂਟਸ ਨੂੰ ਉੱਥੇ PR ਮਿਲ ਚੁੱਕੀ ਹੈਗੀ ਹੈ, ਲੇਕਿਨ ਕਰੰਟਲੀ ਕੀ ਸਿਨੈਰੀਓ ਚੱਲ ਰਿਹਾ ਹੈਗਾ? ਜਿਸ ਤਰ੍ਹਾਂ ਦਿਵੇ ਜੀ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਦੀ ਇੰਟੈਂਸ਼ਨ ਥੋੜੀ ਦੇਰ ਪਹਿਲਾਂ ਮੈਂ ਗੱਲ ਕੀਤੀ ਸੀਗੀ ਕਿ ਬਹੁਤ ਈਵਨ 75 ਪੁਆਇੰਟ ਵਾਲਿਆਂ ਨੂੰ ਦੇ ਦਿੱਤੀ ਸੀਗੀ, ਔਰ ਜਨਰਲ ਗੱਲ ਇਹੀ ਹੈਗੀ ਹੈ ਸਾਡੀ ਤਾਂ ਕੈਨੇਡਾ ਅੰਬੈਸੀ ਨਾਲ, ਕੈਨੇਡਾ ਗਵਰਨਮੈਂਟ ਨਾਲ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਔਰ ICCRC ਦੇ ਨਾਲ ਵਰਚੁਅਲ ਮੀਟਿੰਗਸ ਗੱਲਬਾਤ, ਤੇ ਇਹ ਸਾਰੀ ਇਨਫੋਰਮੇਸ਼ਨ ਇਹ ਕਿ ਉਹਨਾਂ ਨੂੰ ਬਹੁਤ ਸਾਰੇ ਯੰਗ ਪਾਪੂਲੇਸ਼ਨ ਦੀ ਜ਼ਰੂਰਤ ਹੈਗੀ ਹੈ ਔਰ ਸਟੱਡੀ ਵੀਜ਼ਾ ਤੇ ਉਹਨਾਂ ਨੂੰ ਬੈਨੀਫਿਟ ਹੈਗਾ, ਕਿਉਂਕਿ ਬਹੁਤ ਸਾਰੇ ਕਾਲਜਿਸ ਨੂੰ ਇੰਨੀਆਂ ਫੀਸਾਂ ਜਾਂਦੀਆਂ ਨੇ, ਫਿਰ ਸਟੂਡੈਂਟਸ ਕੰਮ ਕਰਦੇ ਨੇ, ਐਕਸਪੀਰੀਅੰਸ ਲੈਂਦੇ ਨੇ ਔਰ ਉਹਨਾਂ ਦੇ ਵਿੱਚ ਟੈਕਸਿਸ ਬਹੁਤ ਸਾਰੇ ਉਹਨਾਂ ਨੂੰ ਬੈਨੀਫਿਟਸ ਹੁੰਦੇ ਨੇ, ਸੋ ਬੜੇ ਸਾਰੇ ਸਟੂਡੈਂਟਸ ਨੂੰ ਲੈ ਕੇ ਜਾਣਗੇ ਔਰ ਉੱਥੇ PR ਵੀ ਉਹ ਬੜੀ ਫਟਾਫਟ ਦੇਣਗੇ, ਪਰਮਾਨੈਂਟ ਰੈਜ਼ੀਡੈਂਸ। ਸੋ ਬੜਾ ਅੱਛਾ ਇੱਕ ਮਾਹੌਲ ਔਰ ਵੈਲਕਮ। ਬਿਲਕੁਲ ਓਪਨ ਆਰਮਸ ਦੇ ਨਾਲ ਕੈਨੇਡਾ ਤੁਹਾਨੂੰ ਐਕਸੈਪਟ ਕਰਨ ਦੇ ਲਈ ਤਿਆਰ ਹੈਗਾ ਹੈ, ਬਸ਼ਰਤ ਹੈ ਕਿ ਤੁਸੀਂ ਕਿੰਨੀ ਡੈਡੀਕੇਸ਼ਨ ਨਾਲ ਉੱਥੇ ਜਾਣਾ ਚਾਹੁੰਦੇ ਹੈਗੇ ਹੋ। ਸਰ ਫਟਾਫਟ ਇੱਕ ਇਹ ਵੀ ਦੱਸੋ ਕਿ ਬਹੁਤ ਸਾਰੇ ਸਟੂਡੈਂਟਸ ਦੀ AIP ਆਈ ਲੇਕਿਨ ਵੀਜ਼ਾ ਨਹੀਂ ਆਇਆ, ਉਹ ਉਹਨਾਂ ਦੇ ਦਿਲ ਦੇ ਵਿੱਚ ਇੱਕ ਡਰ ਹੈਗਾ ਕਿ ਵੀਜ਼ਾ ਆਏਗਾ ਨਹੀਂ ਆਇਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਦਿਵਿਆ ਜੀ, ਇਹ ਤਕਰੀਬਨ ਕੋਈ ਦਸੰਬਰ ਮਹੀਨੇ ਦੇ ਵਿੱਚ ਹੋਈ ਸੀਗੀ ਬਾਇਓਮੈਟ੍ਰਿਕ ਸ਼ੁਰੂ। ਉਸ ਤੋਂ ਪਹਿਲਾਂ ਅੰਬੈਸੀਆਂ ਬੰਦ ਸੀਗੀਆਂ, ਬਹੁਤ ਮਹੀਨੇ ਅੰਬੈਸੀਆਂ ਬੰਦ ਰਹੀਆਂ ਕਰੋਨਾ ਕਰਕੇ, VFS ਬੰਦ ਰਹੇ, ਬਾਇਓਮੈਟ੍ਰਿਕਸ ਬੰਦ ਰਿਹਾ। ਬਾਇਓਮੈਟ੍ਰਿਕ ਸ਼ੁਰੂ ਹੋਇਆ ਦਸੰਬਰ ਦੇ ਵਿੱਚ, ਹੌਲੀ ਹੌਲੀ ਕਰਕੇ ਜਿਹੜੇ ਪੁਰਾਣੇ ਸਾਰੇ ਕੇਸਿਸ ਕੱਢੇ, ਬਹੁਤ ਫਾਸਟ ਸਪੀਡ ਦੇ ਨਾਲ ਹੁਣ ਟੂਵੇ ਕੋਰੀਅਰ ਦੇ ਨਾਲ ਵੀਜ਼ੇ ਆ ਰਹੇ ਨੇ। ਜ਼ਿਆਦਾਤਰ AIPs ਵਾਲਿਆਂ ਦੇ ਵੀਜ਼ੇ ਆ ਚੁੱਕੇ ਨੇ, ਜ਼ਿਆਦਾਤਰ ਜਿਨ੍ਹਾਂ ਦਾ ਡਾਇਰੈਕਟ ਵੀ AIP ਤੋਂ ਬਗੈਰ ਵੀ ਸਿੱਧੇ ਵੀਜ਼ੇ ਆ ਰਹੇ ਨੇ ਔਰ ਹਾਈ ਸਕਸੈਸ ਰੇਟ ਹੈਗਾ। ਲੇਕਿਨ ਇਹ ਧਿਆਨ ਰੱਖਣ ਵਾਲੀ ਗੱਲ ਹੈ, 100 AIP ਵਾਲੇ ਬੰਦੇ ਨੇ, ਅਗਰ 100 ਚੋਂ 1-2 ਦੀ AIP ਤੋਂ ਬਾਅਦ ਵੀ ਰਿਫਿਊਜ਼ਲ ਹੁੰਦੀ ਹੈਗੀ, ਇਹਨਾਂ ਚੀਜ਼ ਦਾ ਧਿਆਨ ਹੈ। ਲੇਕਿਨ ਸਾਰੇ ਪਿਛਲੇ ਕੇਸਿਸ ਫਟਾਫਟ ਕਲੀਅਰ ਹੁੰਦੇ ਪਏ ਨੇ, ਕੋਈ ਡਰਨ ਦੀ ਜ਼ਰੂਰਤ ਨਹੀਂ। ਜਿਨ੍ਹਾਂ ਦੇ ਰਹਿ ਗਏ ਨੇ, ਅਸੀਂ ਜਾਂ ਬਾਕੀ ਜਿਹੜੇ ਚੰਗੇ ਕੰਸਲਟੈਂਟ ਨੇ ਉਹ ਅੰਬੈਸੀ ਨੂੰ ਰਿਮਾਈਂਡਰ ਭੇਜ ਕੇ ਅਸੀਂ ਉਹਨਾਂ ਦਾ ਜਿਹੜਾ ਹੈ ਵੀਜ਼ਾ ਲੈ ਰਹੇ ਹੈਗੇ। ਕੋਈ ਡਰਨ ਦੀ, ਝਿਜਕਣ ਦੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਆਪਣੇ ਕੰਸਲਟੈਂਟ ਨੂੰ ਮਿਲੋ, ਗੱਲਬਾਤ ਕਰੋ ਔਰ ਅੰਬੈਸੀ ਜਿਹੜੀ ਹੈ ਸਾਰਾ ਕੁਝ ਕਲੀਅਰ ਕਰਦੀ ਪਈ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਲੇਕਿਨ ਟਾਈਮ ਸਿਰ ਡੈਫਰਮੈਂਟ ਜੇ ਕਰਨੀ ਹੈਗੀ ਅਗਲੇ ਇਨਟੇਕ ਵਾਸਤੇ, ਡੈਫਰਮੈਂਟ ਜਿਹੜਾ ਕੋਈ ਰਿਫਿਊਜ਼ ਹੋਇਆ ਟਾਈਮ ਸਿਰ ਉਹਨਾਂ ਦੀ ਫੀਸਾਂ ਵਾਪਸ ਲੈਣੀਆਂ, ਇਹ ਐਕਸ਼ਨਸ ਦੀ ਜ਼ਰੂਰਤ ਹੈਗੀ ਹੈ। ਟੇਕ ਕੇਅਰ। ਠੀਕ ਹੈ, ਆਈ ਵਿਸ਼ ਕਿ ਮੈਂ ਕਾਫੀ ਸਾਰੇ ਸਵਾਲ ਹੋਰ ਪੁੱਛ ਪਾਉਂਦੀ, ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਜਾਣ ਤੋਂ ਪਹਿਲੇ ਤੁਹਾਨੂੰ ਜ਼ਰੂਰ ਰਿਕੁਐਸਟ ਕਰੂੰਗੀ ਕਿ ਸਾਡੇ ਸਟੂਡੈਂਟਸ ਨੂੰ ਗਾਈਡ ਕਰੋ ਕਿ ਕੀ ਚੀਜ਼ਾਂ ਉਹਨਾਂ ਨੂੰ ਕਰਨੀ ਚਾਹੀਦੀਆਂ ਤੇ ਕੀ ਚੀਜ਼ਾਂ ਨਹੀਂ ਕਰਨੀ ਚਾਹੀਦੀ, ਫਟਾਫਟ। ਬਿਲਕੁਲ, ਟਿਪਸ ਤਾਂ ਮੈਂ ਵਿੱਚ ਨੂੰ ਜਿਸ ਤਰ੍ਹਾਂ ਕਿ ਗੱਲਬਾਤ ਕਰਦੇ ਹੋਏ ਬਹੁਤ ਸਾਰੇ ਟਿਪਸ ਦਿੱਤੇ ਔਰ ਹੈਗੇ ਵੀ ਬਹੁਤ ਸਾਰੇ ਨੇ, ਲੇਕਿਨ ਸਭ ਤੋਂ ਜਿਹੜਾ ਵਧੀਆ ਜਿਹੜਾ ਸ਼ਿਫਟ ਜਿਹੜਾ ਹੈਗਾ ਉਹ ਇਹ ਕਿ ਇੱਕ ਚੰਗੇ ਬੰਦੇ ਦਾ ਹੱਥ ਫੜਿਆ ਜਾਵੇ, ਚੰਗਾ ਕੰਸਲਟੈਂਟ ਚੂਜ਼ ਕੀਤਾ ਜਾਵੇ ਕਿਸੇ ਵੀ ਕੰਟਰੀ ਵਾਸਤੇ ਕੰਮ ਕਰਾਉਣਾ, ਤਾਂ ਕਿ ਇੱਕ ਤਾਂ ਸਭ ਤੋਂ ਪਹਿਲੀ ਗੱਲ ਫਰਾਡ ਤੋਂ ਬਚੋ, ਤੁਹਾਡੇ ਉਹੀ ਸੁਪਨੇ ਚੂਰ ਨਾ ਹੋਣ, ਔਰ ਦੂਸਰਾ ਇਹ ਕਿ ਤੁਹਾਨੂੰ ਪ੍ਰੋਫੈਸ਼ਨਲ ਪ੍ਰੋਪਰ ਗਾਈਡੈਂਸ ਹੋਵੇ, ਐਕਸਪਰਟ ਗਾਈਡੈਂਸ ਹੋਵੇ, ਔਰ ਪਹਿਲਾਂ ਹੀ ਗੱਲ ਕਿ ऑनेस्ट 100% ऑनेस्ट सर्विसेज, ट्रांसपेरेंट सर्विसेज का मतलब ਤੁਹਾਨੂੰ ਪਤਾ ਹੈ ਕਿ ਫਾਰਮ ਇਹ ਵਾਲੇ ਫਾਰਮ ਭਰੇਗੇ, ਆਹ ਵਾਲਾ ਜਿਹੜੀ ਇਨਫੋਰਮੇਸ਼ਨ ਭਰੇਗੀ ਤੁਹਾਨੂੰ ਉਸ ਫਾਈਲ ਦੀ ਕਾਪੀ ਤੁਹਾਨੂੰ ਮਿਲ ਜਾਵੇ ਔਰ ਸਾਰਾ ਕੁਝ ਤੁਹਾਡੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਫੀਸਾਂ ਤੁਸੀਂ ਡਾਇਰੈਕਟ ਆਪਣੇ ਅਕਾਊਂਟ ਤੋਂ ਸਿੱਧੇ ਕਾਲਜ ਨੂੰ ਔਰ ਕੈਨੇਡੀਅਨ ਬੈਂਕ ਨੂੰ GIC ਦੀ ਟ੍ਰਾਂਸਫਰ ਕਰਨੀ ਹੈਗੀ ਹੈ ਔਰ ਕੰਸਲਟੈਂਟ ਦੀ ਹਿਸਟਰੀ ਚੈੱਕ ਕਰਨੀ, ਕਿੰਨੇ ਚਿਰ ਤੋਂ ਕੰਮ ਕਰਦਾ ਪਿਆ ਹੈ, ਲੀਗਲ ਹੈ ਜਾਂ ਨਹੀਂ ਹੈ, ਔਰ ਪੰਜਾਬ ਦੇ ਵਿੱਚ ਅਗਰ ਹੈਗਾ ਤੇ ਪੰਜਾਬ ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਸਪੈਸ਼ਲ ਲਾਇਸੈਂਸ ਜਾਰੀ ਕੀਤਾ ਜਾਂਦਾ ਹੈਗਾ, ਉਹ ਉਸ ਲਾਇਸੈਂਸ ਦੀ ਕਾਪੀ ਸਾਡੇ ਆਫਿਸ ਵਿੱਚ ਲੱਗੀ ਹੁੰਦੀ ਹੈਗੀ ਹੈ, ਉਹ ਵੀ ਚੈੱਕ ਕਰੋ ਔਰ ਕੰਸਲਟੈਂਟ ਚੰਗੀ ਤਰ੍ਹਾਂ ਚੈੱਕ ਕਰਕੇ ਚੰਗੇ ਕੰਸਲਟੈਂਟ ਦੇ ਨਾਲ ਕੰਮ ਕਰਵਾਓ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਅੱਜ ਫਿਰ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਤੇ ਸਾਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਵੇਲਾ ਹੈ ਤੁਹਾਨੂੰ ਛੱਡ ਕੇ ਜਾਣ ਦਾ, ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।